ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦੇ ਸਟੂਡੀਓ ਤੋਂ ਮੈਂ ਹਾਂ ਰਾਜੇਸ਼ਵਰ ਕੌਰ। ਪ੍ਰੋਗਰਾਮ ਪੰਥ ਦੀਆਂ ਸਿੰਘਣੀਆਂ ਲੈ ਕੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੌਰਾਨ ਜਿਸ ਸਿੱਖ ਬੀਬੀ ਨਾਲ ਮੈਂ ਆਪ ਜੀ ਦਾ ਤਾਰੁਫ ਕਰਵਾਉਣ ਜਾ ਰਹੀ ਹਾਂ, ਉਹ ਗੁਰਮਤਿ ਕੀਰਤਨ ਵਿੱਚ ਬੜੇ ਮਾਹਰ ਨੇ, ਜਿੱਥੇ ਉਹਨਾਂ ਆਪ ਇਸ ਦੀ ਸਿੱਖਿਆ ਲਈ ਹੈ। ਗੁਰੂ ਸ਼ਿਸ਼ ਪਰੰਪਰਾ ਦੇ ਅਧੀਨ ਰਾਗ ਦੀ ਵਿਦਿਆ ਨੂੰ ਪ੍ਰਾਪਤ ਕੀਤਾ ਹੈ। ਉੱਥੇ ਉਹ ਅੱਜ ਇਸ ਵਿਦਿਆ ਨੂੰ ਬੱਚਿਆਂ ਵਿੱਚ ਵੰਡ ਰਹੇ ਨੇ। ਮੈਂ ਗੱਲ ਕਰ ਰਹੀ ਹਾਂ ਬੀਬੀ ਬਲਜੀਤ ਕੌਰ ਜੀ ਦੀ, ਤੇ ਆਓ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਕਰੀਏ। ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗੀ ਕਿ ਆਪਣੇ ਬਾਰੇ ਤੁਸੀਂ ਆਪਣੇ ਹੀ ਲਫ਼ਜ਼ਾਂ ਵਿੱਚ ਸਾਡੇ ਸੁਣਨ ਤੇ ਵੇਖਣ ਵਾਲੇ ਸਰੋਤਿਆਂ ਨੂੰ ਕੁਝ ਦੱਸੋ। ਜੀ, ਲੁਧਿਆਣੇ ਦੇ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਮੇਰੇ ਫਾਦਰ ਰੇਲਵੇ ਤੋਂ ਰਿਟਾਇਰਡ EMPLOYE ਨੇ ਤੇ ਮੇਰੇ ਮਦਰ ਹਾਊਸਵਾਈਫ ਨੇ। ਇੱਕ ਮੇਰੇ ਛੋਟੇ ਬ੍ਰਦਰ ਨੇ, ਇੱਕ ਵੱਡੇ ਸਿਸਟਰ ਨੇ। ਮੇਰੀ ਬੇਟੀ 15 ਸਾਲ ਦੀ ਹੈ ਤੇ ਬੇਟਾ ਮੇਰਾ 13 ਸਾਲ ਦਾ ਹੈ, ਤੇ ਅਸੀਂ ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ ਹਾਂ। ਵੱਡੇ ਭਾਗ ਨੇ ਜੋ ਇੱਕ ਗੁਰਸਿੱਖ ਪਰਿਵਾਰ ਵਿੱਚ ਇਹਨਾਂ ਦਾ ਜਨਮ ਹੋਇਆ ਹੈ, ਤੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਮਾਂ ਦੀ ਗੋਦ ਤੋਂ ਹੀ ਗੁਰਮਤਿ ਤੇ ਸ਼ਬਦ ਦਾ ਆਹਾਰ ਮਿਲਦਾ ਹੋਵੇ। ਉਹ ਬੱਚੇ ਯਕੀਨਨ ਹੀ ਮੇਰੀ ਨਜ਼ਰ ਵਿੱਚ, ਤੇ ਮੈਂ ਸੋਚਦੀ ਹਾਂ ਆਪ ਜੀ ਵੀ ਐਸਾ ਹੀ ਸੋਚਦੇ ਹੋਵੋਗੇ, ਕਿ ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਇੱਕ ਦਾਤ ਹੈ, ਕਿਰਪਾ ਹੈ ਉਸ ਦੀ। ਤੇ ਮੈਂ ਆਪ ਜੀ ਤੋਂ ਇਹ ਪੁੱਛਣਾ ਚਾਹਾਂਗੀ ਕਿ ਬਚਪਨ ਕਿਸ ਤਰ੍ਹਾਂ ਦਾ ਰਿਹਾ? ਜੀ, ਬਚਪਨ ਵਿੱਚ ਮੇਰੇ ਮਦਰ ਤੋਂ ਮੈਂ ਗੁਰਮਤਿ ਦੇ ਰਾਹ 'ਤੇ ਚੱਲਣਾ ਸਿੱਖੀ। ਕੀਰਤਨ ਦੀ ਦਾਤ ਮੈਨੂੰ ਮੇਰੇ ਮਦਰ ਤੋਂ ਮਿਲੀ, ਕਿਉਂਕਿ ਉਹ ਖੁਦ ਕੀਰਤਨ ਕਰਦੇ ਸਨ ਤੇ ਉਹ ਚਾਹੁੰਦੇ ਸੀ ਕਿ ਮੈਂ ਵੀ, ਅਸੀਂ ਤਿੰਨੋਂ ਭੈਣ ਭਰਾ ਅਸੀਂ ਇਸੇ ਰਾਹ 'ਤੇ ਚੱਲੀਏ, ਕੀਰਤਨ ਕਰੀਏ। ਤੇ ਇਸ ਕਰਕੇ ਉਹ ਉਹਨਾਂ ਦੀ ਆਪਣੀ ਵਿਸ਼ ਨੂੰ ਪੂਰਾ ਕਰਨਾ ਚਾਹੁੰਦੇ ਸੀ, ਤੇ ਮੈਨੂੰ ਉਹਨਾਂ ਨੇ ਕੀਰਤਨ ਘਰ ਸ਼ੁਰੂ ਕਰਾਇਆ। ਫਿਰ ਹੌਲੀ ਹੌਲੀ ਹੋਮ ਟਿਊਟਰਸ ਅਰੇਂਜ ਕਰਾਏ, ਕਿਉਂਕਿ ਉਸ ਟਾਈਮ ਮਿਊਜ਼ਿਕ ਟੀਚਰਸ ਦੂਰ ਕਿਧਰੇ ਹੁੰਦੇ ਸੀ ਤੇ ਘਰ ਆ ਕੇ ਸਿਖਾਉਣਾ ਸੌਖਾ ਉਹਨਾਂ ਨੂੰ ਲੱਗਿਆ, ਤਾਂ ਉਹਨਾਂ ਕੋਲੋਂ ਮੈਂ ਸਿੱਖਦੀ ਰਹੀ। ਫਿਰ ਗੁਰਮਤਿ 'ਤੇ ਚਲਾਉਣ ਲਈ ਉੱਥੇ ਗੁਰਮਤਿ ਦੀਆਂ ਕਲਾਸਾਂ ਹਰ ਐਤਵਾਰ ਨੂੰ ਲੱਗਦੀਆਂ ਸੀ, ਕਿਸੇ ਵੀ ਸਕੂਲ ਵਿੱਚ, ਸਿੱਖ ਮਿਸ਼ਨਰੀ ਕਾਲਜ ਵੱਲੋਂ ਜਾਂ ਕਿਸੇ ਹੋਰ ਸੰਸਥਾਵਾਂ ਵੱਲੋਂ। ਤਾਂ ਹਰ ਐਤਵਾਰ ਨੂੰ ਅਸੀਂ ਉਹ ਜਿਹੜੀਆਂ ਕਲਾਸਿਸ ਲੱਗਦੀਆਂ ਸੀ, ਤਿੰਨੋਂ ਬ੍ਰਦਰ ਸਿਸਟਰ ਉਹ ਅਟੈਂਡ ਕਰਦੇ ਸੀ, ਉੱਥੇ ਕੀਰਤਨ ਸਿੱਖਦੇ ਸੀ। ਉਹਨਾਂ ਵੱਲੋਂ ਜਿਹੜੀਆਂ ਕੀਰਤਨ ਲੜੀਆਂ ਹੁੰਦੀਆਂ ਸੀ ਉਹਨਾਂ ਵਿੱਚ ਭਾਗ ਲੈਂਦੇ ਸੀ। ਤੇ ਜਪਜੀ ਸਾਹਿਬ ਦਾ ਪਾਠ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਅਸੀਂ ਕਰਕੇ ਹੀ ਜਾਣਾ ਸੀ। ਮਦਰ ਨੇ ਸਿਖਾਇਆ ਸੀ ਵੀ ਅੰਨ ਦਾ ਦਾਣਾ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਪਾਠ ਕਰਕੇ ਅੰਮ੍ਰਿਤ ਮੂੰਹ 'ਚ ਪਾਓ, ਫਿਰ ਅੰਨ ਦਾ ਦਾਣਾ ਅੰਦਰ ਜਾਏ। ਬਸ ਇਸ ਤਰ੍ਹਾਂ ਉਹ ਸਾਡੀ ਰੂਟੀਨ ਉਸੇ ਤਰ੍ਹਾਂ ਬਣ ਗਈ। ਫਿਰ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਤਿੰਨੋਂ ਭੈਣ ਭਰਾਵਾਂ ਨੂੰ ਇਕੱਠੇ ਬਿਠਾ ਕੇ ਕਰਾਉਣਾ, ਰਾਤੀ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਪਾਠ ਕਰਾਉਣਾ। ਉਹ ਇਸ ਤਰ੍ਹਾਂ ਦੀ ਰੂਟੀਨ ਜਿਹੜੀ ਬਣ ਗਈ ਕਿ ਉਹ ਟੁੱਟ ਨਹੀਂ ਸਕਦੀ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਇਸੇ ਟੈਕਨੀਕ ਦੇ ਨਾਲ, ਜਿਵੇਂ ਮੇਰੇ ਮਦਰ ਨੇ ਸਾਨੂੰ ਗੁਰਮਤਿ ਦੇ ਰਾਹ 'ਤੇ ਤੋਰਿਆ, ਉਸੇ ਹਿਸਾਬ ਨਾਲ ਮੈਂ ਵੀ ਆਪਣੇ ਬੱਚਿਆਂ ਨੂੰ ਉਸੇ ਰਾਹ 'ਤੇ ਤੋਰਾਂ। ਜਿਵੇਂ ਸਾਨੂੰ ਸਾਡੇ ਮਾਤਾ ਪਿਤਾ ਨੇ ਇਸ ਰਾਹ 'ਤੇ ਤੋਰਿਆ, ਇਹਨਾਂ ਦੀ ਖੁਆਇਸ਼ ਹੈ ਕਿ ਇਹ ਵੀ ਆਪਣੇ ਬੱਚਿਆਂ ਨੂੰ ਉਸੇ ਰਾਹ 'ਤੇ ਤੋਰਨ। ਕਈ ਵਾਰ ਮੇਰੇ ਜ਼ਿਹਨ ਵਿੱਚ ਐਸੀ ਗੱਲ ਆਉਂਦੀ ਹੈ ਕਿ ਅੱਜ ਬੱਚੇ ਜੇ 7 ਵਜੇ ਸਕੂਲ ਜਾਣਾ ਹੈ ਤੇ 6:45 ਵਜੇ ਉੱਠਦੇ ਨੇ। ਬਸ ਇਤਨਾ ਹੀ ਸਮਾਂ ਹੈ ਸਾਡੇ ਕੋਲ, ਇਹੀ ਅਸੀਂ ਕਰ ਸਕਦੇ ਹਾਂ। ਆਹਾਰ ਕਹਿੰਦੇ ਨੇ ਜੈਸਾ ਅੰਨ ਤੈਸਾ ਮਨ। ਅੱਜ ਇਹ ਸਮਾਂ ਹੀ ਹੈ ਨਹੀਂ ਕਿ ਅਸੀਂ ਬੱਚਿਆਂ ਨੂੰ ਇਹ ਸਿਖਾ ਸਕੀਏ ਕਿ ਸਿਰਫ ਤਨ ਦਾ ਆਹਾਰ ਜ਼ਰੂਰੀ ਨਹੀਂ, ਸਾਡੇ ਮਨ ਨੂੰ, ਸਾਡੀ ਰੂਹ ਨੂੰ ਵੀ ਇੱਕ ਖੁਰਾਕ ਚਾਹੀਦੀ ਹੈ, ਤੇ ਉਹ ਹੈ ਪ੍ਰਭੂ ਦਾ ਨਾਮ। ਇਹ ਸ਼ਾਇਦ ਹੀ ਅੱਜ ਦੇ ਸਮੇਂ ਵਿੱਚ ਮਾਵਾਂ ਜੋ ਸਿਖਾ ਰਹੀਆਂ ਨੇ ਉਹ ਕਿਰਪਾ ਦੀਆਂ ਪਾਤਰ ਨੇ, ਉਹ ਬੜੀਆਂ ਸੁਚੱਜੀਆਂ ਨੇ।
तो जे नहीं कर रहे तो मैं चाहांगी कि ज़रूर इतना तो करिए कि बच्चे नूं ये सबक ज़रूर दईए कि सुबह सवेरे उठ के काया नूं सोध के कम से कम एक जपजी ते पढ़ लईए। गुरु की उस्तत, गुरु की महिमा, गुरु का यस, गुरु नाल प्रीति पाउण लई उन्हां नूं इस राह ते तोरना ही पएगा। जे कहिए कि जदों मन होवेगा तो सिख जाणगे, तो फिर जो वो सिखते ने वो सानूं उदों पसंद नहीं आता, तो फिर असीं डिस्कशनस करते हाँ कि यह क्यों हो रहा है, इस तरह क्यों हो रहा है, आ क्यों नहीं होया, ये क्यों नहीं होया। तो ये सोचिए कि धुरों ही सिखलाई तो माँ के पेट तो ही आरंभ हो जाती है। जिसले माँ सिमरन करती है तो बच्चा सुनता है। सो सबक, सिक्ख्या ते संस्कार असी बच्चे नूं गोद तो ही देना आरंभ करिए। अज दे समय विच, कली काल दे समय विच, कलयुग विच ये बहुत ज़रूरी है। ताही सिक्खी ये बाणी ते बाणे दा सत्कार आउण वालियां पीढ़ियां करनगियां। जे असी इन्हां बच्चियां नूं किटियां ते सिनेमा ते फिल्मां ते होर कार्टून दिखाने ने ते फिर जो देखते हैं उदां दे ही हो जाते हैं। अपने इतिहास नाल, अपने विरसे नाल जोड़िए। अगला सवाल जो मैं आप जी तो करना चाहूँगी, एक तो संस्कार ते विद्या आप जी ने अपने घर तो ही ली है। एकेडैमिकली तुसी कितनी पढ़ाई की है, की पढ़े हो, ते अज किस अहुदे ते काम कर रहे हो? जी, मैं बीकॉम की गवर्नमेंट कॉलेज फॉर विमेन लुधियाना तो, उस तो बाद बीएड की विद मैथ्स एंड इकनॉमिक्स। क्योंकि म्यूजिक पैशन सी तां मैनू अपनी लाइन चेंज करनी ही पई। उस तो बाद मैं वोकल म्यूजिक विच मास्टर्स की रामगढ़िया गर्ल्स कॉलेज तो, ते सैकेंड सी पंजाब यूनीवर्सिटी विच। फिर यूजीसी क्लीयर किया ते नाल नाल प्राचीन कला केंद्र चंडीगढ़ तो विशारद की डिग्री लई। ते पढ़न का शौक है तो हुण मन है कि अगों पीएचडी करा म्यूजिक विच। ते इस टाइम मैं लुधियाने के प्रस्टिजियस स्कूल दे विच एज अ म्यूजिक टीचर जॉब कर रही हाँ। तो एक स्वर ज्ञान अकैडमी जिहदे विच मैं म्यूजिक सिखांदी हाँ वो रन कर रही हूँ। ये जिहड़ी अकैडमी तुसीं चला रहे हो जी, ये तुहाडी अपनी शुरू की गई है जी। ते इस विच तुसीं की बच्चे सीख रहे हैं? मैनू 3 साल हो गए अकैडमी शुरू कीतियां। ते म्यूजिक विच एक लिमिट नहीं है इहदे विच सिखाण दी कि हिंदी कुछ सिखाना है या पंजाबी विच सिखाना है। मैं अपनी अकैडमी के थ्रू गुरमत का प्रसार करने की पूरी कोशिश विच हाँ। ते छोटे छोटिया एफर्ट्स कर रही हाँ कि जिवें बच्चे आते हैं मेरे कोलों, उन्होंने जिवें गुरपुरब आया, विसाखी आई तो उहदे नाल रिलेटिड उन्होंने मटीरीयल दे दिंदी हाँ। फिर 15 दिनों बाद उन्होंने एक टैसट ले लिया। तो इंग्लिश दे विच क्योंकि वो इंग्लिश विच ही सीखना उन्होंने ईजी लगता है, तो लैंग्वेज कोई भी होवे मैनूं लगता है कि साडा जिहड़ा मोटिव है वो पूरा होना चाहिए। तो इस तो इलावा बच्चे जिहड़े ने कवितावां ते स्पीच वो तैयार करवानी हाँ, तो बच्चे स्टेज ते जाके परफॉर्म करते हैं। तो गुरु गोबिंद सिंह स्टडी सर्कल की लड़ी जिहड़ी है, जिहड़ी चलदी है कीर्तन की लड़ी, उहदे विच भी बच्चे जिहड़े ने जाके कीर्तन करते हैं। बस इस तरह छोटे छोटे एफर्ट्स कर रही हैं जिहदे नाल बच्चे जिहड़े ने गुरमत वल तुरे रहन। वाहिगुरू जी का खालसा, वाहिगुरू जी की फतेह। किन्ना पुरुष महान, किन्ना पुरुष महान, किता पुत्रां दा दान, माता पिता कुर्बान, जिन्हें हस हस कीते इस देश तो, क्यों ना वारे वारे जाइए दसमेश तो। जिन्हें भारत नूं चून के जगाया सी, जिन्हें भारत नूं चून के जगाया सी, नारा हक ते आज़ादियां दा लाया सी, हथ लैके किरपान किता कौमी कल्याण, नवा चेहरा बनाया इस हिंद दा, उच्चा केसरी निशान है गोबिंद दा, उच्चा केसरी निशान है गोबिंद दा। किन्ना पुरुष महान, किन्ना पुरुष महान। घनशाने कुजे जद दो रखे, छूके दोहानू उना सत्कारिया सी, तीसर खालसा पंथ सजाउंदे लई, पटने विच अवतार उस्तारिया सी, पटने विच अवतार उस्तारिया सी। ठल
ਠੱਲ ਪਾਉਣ ਲਈ ਜ਼ੁਲਮ ਦੇ ਚਖੜਾਂ ਨੂੰ ਕਤਲਗਾਹ ਵੱਲ ਪਿਤਾ ਨੂੰ ਕੱਲਿਆ ਸੀ। ਦੁਖੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਵਗਦੇ ਵਹਿਣਾਂ ਨੂੰ ਉਹਨਾਂ ਨੇ ਠੱਲਿਆ ਸੀ। ਸੀਸ ਗੁਰਾਂ ਦਾ ਲੈ ਕੇ ਪਾਈ ਜੈਤਾ ਦਿਲਿਓਂ ਪੂਰੀ ਆਨੰਦ ਨੂੰ ਚੱਲਿਆ ਸੀ। ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ ਸਤਿਗੁਰ ਸਲ ਵਿਛੋੜੇ ਦਾ ਚੱਲਿਆ ਸੀ। ਤੁਸੀਂ ਮਿਊਜ਼ਿਕ ਐਜ਼ ਅ ਹੋਲ ਜੇ ਚ ਤੁਸੀਂ ਸਾਰਾ ਕੁਝ ਬੱਚਿਆਂ ਨੂੰ ਸਿਖਾਉਂਦੇ ਹੋ ਜੀ, ਤੇ ਤੁਹਾਡੇ ਨਾਲ ਕਿੰਨੇ ਟੀਚਰਸ ਹੋਰ ਨੇ? ਨਹੀਂ, ਮੈਂ ਇਹ ਫਿਲਹਾਲ ਮੈਂ ਇਕੱਲੀ ਰਨ ਕਰ ਰਹੀ ਹਾਂ। ਇੱਕ ਤਬਲਾ ਟੀਚਰ ਅਰੇਂਜ ਕੀਤੇ ਨੇ ਜਿਹੜੇ ਕਿ ਤਬਲਾ ਦੀ ਕਲਾਸ ਲੈਂਦੇ ਨੇ ਅੱਗੇ, ਤੇ ਲਿਮਿਟਿਡ ਜੇ ਬੱਚੇ ਰੱਖਦੀ ਹਾਂ ਜਿਨ੍ਹਾਂ ਨੂੰ ਮੈਂ ਉਸ ਟਾਈਮ ਦੇ ਵਿੱਚ ਉਹ ਜਿੰਨਾ ਟਾਈਮ ਆਏ ਨੇ ਉਹਦੇ ਵਿੱਚ ਉਹਨਾਂ ਨੂੰ ਮੈਂ ਪ੍ਰੋਪਰ ਜਿਹੜੀ ਹੈ ਇਹਨਾਂ ਨੂੰ ਟ੍ਰੇਨਿੰਗ ਦੇ ਸਕਾਂ। ਤੇ ਤੁਸੀਂ ਉਹਨੇ ਲਿਮਿਟਿਡ ਟਾਈਮ ਚ 25-30 ਬੱਚਿਆਂ ਨੂੰ? ਨਹੀਂ, ਮੇਰੇ ਐਜ਼ ਅ ਕਲਾਸ 4 ਬੈਚ ਲੱਗਦੇ ਨੇ। ਅੱਛਾ ਜੀ। ਤੇ 1 ਆਵਰ ਦੇ ਵਿੱਚ ਮੈਂ 5 ਤੋਂ ਜ਼ਿਆਦਾ ਬੱਚੇ ਨਹੀਂ ਲੈਂਦੀ। ਤੇ ਤੁਹਾਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਹੈਗਾ ਕਿ ਤੁਸੀਂ ਇੱਕ ਛੋਟੇ ਬੱਚੇ ਤੋਂ ਲੈ ਕੇ ਜਿਸ ਨੂੰ ਇੱਕ ਨੋਰਮਲ ਪੋਇਮ ਜਾਂ ਇੱਕ ਗੀਤ ਸਿਖਾਉਂਦੇ ਹੋ ਤੇ ਉੱਥੋਂ ਲੈ ਕੇ ਇੱਕ ਵਿਸ਼ਾਰਦ ਦੀ ਡਿਗਰੀ ਕਰਨ ਵਾਲੇ ਬੱਚੇ ਨੂੰ ਤੁਸੀਂ ਪ੍ਰੋਪਰਲੀ ਐਨ ਪਰਪੱਕ ਸੰਗੀਤ ਸਿਖਾ ਦਿੰਦੇ ਹੋ? ਜੀ, ਦੈਟਸ ਸੋ ਵੈਰੀ ਨਾਈਸ। ਇਹ ਹੈ ਕੌਨਫੀਡੈਂਸ ਦੀ ਗੱਲ ਕਿ ਜੇ ਮੈਂ ਕੋਈ ਕਾਰਜ ਆਰੰਭਿਆ ਹੈ ਤੇ ਮੈਂ ਉਸ ਨੂੰ ਪੂਰੀ ਤਰ੍ਹਾਂ ਨਾਲ ਨਿਭਾ ਸਕਦੀ ਹਾਂ। ਵੈਸੇ ਵੀ ਟਰਸਟ ਜਿਹੜਾ ਹੈ ਉਹ ਸਮਾਂ ਲੈਂਦਾ ਹੈ ਥੋੜਾ ਜਿਹਾ। ਜੇ ਆਪ ਜੀ ਅੱਜ ਨਹੀਂ ਸਿੱਖਿਆ ਦੇ ਰਹੇ ਹੋ ਬੱਚਿਆਂ ਨੂੰ, ਤੁਸੀਂ ਜਿਵੇਂ ਕਿਹਾ, ਤੁਸੀਂ ਆਪ ਕਿਹਨਾਂ ਤੋਂ ਇਹ ਸਿੱਖਿਆ ਲਈ? ਜੀ, ਸਾਰਾ ਕ੍ਰੈਡਿਟ ਮੇਰੇ ਮਿਊਜ਼ਿਕ ਟੀਚਰਸ ਨੂੰ ਜਾਂਦਾ ਹੈ। ਮੈਂ ਕੁਛ ਨਹੀਂ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੈ ਜਿਨੇ ਮੈਨੂੰ ਇਹੋ ਜਿਹੇ ਟੀਚਰਸ ਦਿੱਤੇ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਮੈਂ ਇਸ ਜਗ੍ਹਾ ਤੇ ਪਹੁੰਚੀ ਹਾਂ, ਇੰਨੀ ਕਾਬਲ ਬਣੀ ਹਾਂ ਕਿ ਮੇਰੇ 'ਚ ਇੰਨਾ ਕੌਨਫੀਡੈਂਸ ਆਇਆ ਅੱਗੋਂ ਟੀਚ ਕਰਨ ਦਾ। ਬਚਪਨ ਵਿੱਚ ਮਦਰ ਕੋਲੋਂ ਸਿੱਖੀ, ਉਸ ਤੋਂ ਬਾਅਦ ਸਕੂਲ ਦੇ ਮਿਊਜ਼ਿਕ ਟੀਚਰ ਸੀ, ਉਹ ਮੈਨੂੰ ਗਾਈਡ ਕਰਦੇ ਰਹੇ, ਕੰਪੀਟੀਸ਼ਨਸ ਵਿੱਚ ਜਾਂਦੀ ਸੀ। ਫਿਰ 1991 ਵਿੱਚ ਜਵੱਦੀ ਵਿੱਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਪਹਿਲੀ ਵਾਰ ਹੋਇਆ ਸੀ। ਉਹਦੇ ਵਿੱਚ ਉਸਤਾਦ ਜਸਵੰਤ ਸਿੰਘ ਪਵਰਾ ਜੀ ਉਹਨਾਂ ਨੇ ਮੈਨੂੰ ਰਾਗ ਸਾਰੰਗ ਵਿੱਚ ਸ਼ਬਦ ਤਿਆਰ ਕਰਵਾਇਆ ਸੀ। ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਹਾਂ ਕਿ ਇੰਨੀ ਵੱਡੀ ਸਟੇਜ ਤੇ ਜਿੱਥੇ ਇੰਨੇ ਮਹਾਨ ਸੰਗੀਤਕਾਰਾਂ ਗੁਣੀ ਜਨਾਂ ਨੇ ਕੀਰਤਨ ਕੀਤਾ, ਉਸ ਸਟੇਜ ਤੇ ਮੈਨੂੰ ਕੀਰਤਨ ਕਰਨ ਦਾ ਮੌਕਾ ਮਿਲਿਆ। ਅੱਜ ਵੀ ਮੈਨੂੰ ਯਾਦ ਹੈ ਤਾਂ ਡਾਕਟਰ ਨਿਵੇਦਿਤਾ ਜੀ ਨੇ ਰਾਗ ਆਸਾ ਵਿੱਚ ਸ਼ਬਦ ਪੜ੍ਹਿਆ ਸੀ, ਓਹਾ ਪ੍ਰੇਮਾ ਪਰੀ, ਹਾਲੇ ਤੱਕ ਉਹ ਮੇਰੇ ਕੰਨਾਂ ਵਿੱਚ ਗੂੰਜਦਾ ਹੈ। ਤਾਂ ਉਹਦਾ ਇੰਨਾ ਅਸਰ ਹੋਇਆ ਮੇਰੇ ਤੇ ਕਿ ਮੈਂ ਗੁਰਮਤਿ ਸੰਗੀਤ ਵੱਲ ਮੇਰਾ ਜਿਹੜਾ ਮੋੜ ਜਿਹੜਾ ਹੈ ਗੁਰਮਤਿ ਸੰਗੀਤ ਵੱਲ ਚੱਲ ਪਿਆ। ਤੇ ਨੈਕਸਟ ਈਅਰ ਫਿਰ ਮਿਸ਼ਰਤ ਰਾਗ ਵਿਭਾਸ ਪ੍ਰਭਾਤੀ, ਉਹ ਵੀ ਉਸਤਾਦ ਜਸਵੰਤ ਸਿੰਘ ਪਵਰਾ ਜੀ ਨੇ ਤਿਆਰ ਕਰਵਾਇਆ ਸੀ। ਫਿਰ ਉਹ ਉੱਥੇ ਮੈਨੂੰ ਕੀਰਤਨ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਊਸ਼ਾ ਜੈਸਵਾਲ ਮੈਮ ਗਵਰਨਮੈਂਟ ਕਾਲਜ ਤੋਂ, ਉਹ ਮੈਨੂੰ ਇੰਡੀਅਨ ਕਲਾਸੀਕਲ ਵੋਕਲ ਦੀ ਆਈਟਮਸ ਤਿਆਰ ਕਰਾਉਂਦੇ ਰਹੇ। ਫਿਰ ਮਾਸਟਰਸ ਕੀਤੀ ਮੈਂ ਮੈਮ ਅਨੀਤਾ ਸ਼ਰਮਾ, ਮੈਮ ਸਵਿਤਾ ਉਪਲ ਦੀ ਗਾਈਡੈਂਸ ਨਾਲ। ਤੇ ਹੁਣ ਮੈਂ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹਨਾਂ ਕੋਲੋਂ 31 ਰਾਗ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਉਹਨਾਂ ਦਾ ਅਧਿਐਨ, ਉਹਨਾਂ ਦੀਆਂ ਬਰੀਕੀਆਂ ਜਿਹੜੀਆਂ ਨੇ ਉਹ ਮੈਂ ਸਿੱਖਣ ਦੇ ਯਤਨ ਵਿੱਚ ਹਾਂ। ਬਹੁਤ ਖੂਬ।
सो इस तो पता लगता है कि इन्हां काफ़ी अच्छे अच्छे नामी उस्ताद जना तो और अच्छे टीचर्स तो सिक्ख्या ग्रहण की है। तो यकीनन जिहड़े राग इन्हां कहे ने सारंग, विभास, ये राग इतने सुखैन नहीं गायन नूं। इस तो पता लगता है कि इन्हां नूं राग दी अच्छी सोझी है। तो जेकर इन्हां नूं इतनी सोझी है तो मैं सोचती हाँ कि ये बिल्कुल गलत होएगा जे असीं इन्हां दी आवाज़ विच इन्हां तो कुछ सुणीए ना। सो अज तुसीं सानूं की सुणाओगे? जी मैं राग गुजरी सम्मेलन दे विच पढ़िया सी। जरूर जी। आप जी ने शब्द सरवण किया गुजरी राग विच बीबी बलजीत कौर जी पासों। मैं आप जी तो ये पूछना चाहांगी कि बिना रियाज दे गला और संगीत नूं सीखना या उन्होंने अपने गले नूं त्यार बर त्यार रखना इतना ईजी नहीं जब तक इंसान रियाज नहीं करता, वो रियाजी नहीं बनता। वड्डे वड्डे उस्ताद, रागी जथे या कोई भी जो संगीत के खेत्र विच है वो रियाज तो बिना अपना दिन अजाई जाया समझते नहीं। तो आप जी कितना रियाज करते हो, तो किस तरह रियाज करते हो? व्हाट इज़ योर स्टाइल ऑफ प्रैक्टिसिंग? जी सुरीला कंठ जिहड़ा है वो परमात्मा दी बख्शिश तो बिना नहीं मिल सकता। तो जे वो मिलिया होवे तो उन्होंने सेधना वो रियाज तो बिना नहीं हो सकता जी। रियाज जिहड़ा है दो तरह का, एक असी कंठ का रियाज करना है तो दूसरा है शब्द का रियाज। स्टूडेंट लाइफ दे विच मॉर्निंग दे विच मैं ये रियाज पूरी तरह करती रही। जदों दे मैं टीचिंग प्रोफैशन विच होई हाँ, क्योंकि 7 बजे असी स्कूल पहुँचना होंदा है, तो बाबा जी का शुक्र करीदा कि नितनेम हो जाए स्कूल ते पहुँचण तो पहला। तो स्कूल दे विच क्योंकि मैं 11th 12th क्लासिस लै रही हाँ, इंडियन क्लासिकल वोकल उन्हां दा हैगा म्यूजिक सबजैक्ट, तो मन विच एक खो हुंदी है कि रियाज नहीं किया। तो फिर जदों उन्हां नूं टीच करीदा है तो यह सोच के टीच करीदा कि मेरा रियाज नाल नाल हो जाए, तो फिर जिहड़ा मेरा रियाज उन्हां दे लैसन दे नाल ही हुंदा है। सो जो तुसी जॉब ते जांदे हो, जो तुसी स्टूडेंट्स नूं पढ़ाउने हो, वही तुहाडा अज दा रियाज है? जी, मैं उस हिसाब नाल उन्हां नूं जदों करवाना है तो उहदे नाल मैं सोच के करदी हाँ कि मेरा रियाज नहीं होया होया तो मैं नाल करना है। तो इहदे नाल बच्चों नूं भी बेनीफिट मिलदा, उन्हां नूं भी रियाज करन दा तरीका जिहड़ा वो पता लग जाता है। जी, अपना रियाज भी बच्चों के नाल ही हो जाता है, जीवन भी इस तरह ही चलता है। असी गल कर रहे हैं बीबी बलजीत कौर जी नाल। मैं आप जी तो पूछना चाहूँगी कि जॉब तो अलावा और एक तुसी अपनी अकैडमी चला रहे हो, कि तुसी वख-वख स्टेजां ते या गुरु घरां विच कीर्तन की सेवा निभाते हो? जी, मैं गुरु गोबिंद सिंह स्टडी सर्कल दी हर शनिवार नूं कीर्तन लड़ी चलती है, तो मैं उन्हां दा एक पार्ट हाँ। उत्थे बच्चे जिहड़े ने कोई CA कर रहा है, कोई MBA कर रहा है,
ਤਾਂ ਉਹ ਜਿਹੜੀ ਸੰਸਥਾ ਹੈ ਬੱਚਿਆਂ ਨੂੰ ਪ੍ਰਮੋਟ ਕਰਦੀ ਹੈ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਸਟੇਜ ਤੇ ਵੱਡੀਆਂ ਸਟੇਜਸ ਤੇ ਪਰਫਾਰਮ ਕਰਨ ਦਾ ਮੌਕਾ ਨਹੀਂ ਮਿਲਦਾ ਉਹ ਸ਼ਨੀਵਾਰ ਦੀ ਕੀਰਤਨ ਲੜੀ ਤੇ ਪਰਫਾਰਮ ਕਰਦੇ ਨੇ ਤੇ ਉਹੀ ਛੋਟੇ ਛੋਟੇ ਬੱਚੇ ਜਿਹੜੇ ਨੇ ਜਦੋਂ ਵੱਡੇ ਹੋ ਕੇ ਉਹੀ ਗ੍ਰੇਟ ਬਣ ਜਾਂਦੇ ਨੇ। ਜਿਵੇਂ ਭਾਈ ਬਲਪ੍ਰੀਤ ਸਿੰਘ ਜੀ ਨੇ ਉਹ ਵੀ ਸ਼ਨੀਵਾਰ ਦੀ ਕੀਰਤਨ ਲੜੀ ਵਿੱਚ ਹੀ ਕੀਰਤਨ ਕਰਦੇ ਸੀ ਜੀ। ਅੱਜ ਦੇ ਜੋ ਯੰਗਸਟਰਸ ਨੇ ਜਾਂ ਜੋ ਸਾਡੇ ਆਉਣ ਵਾਲੇ ਮਿਊਜ਼ੀਸ਼ੀਅਨਸ ਨੇ ਜਾਂ ਕੀਰਤਨੀਆਂ ਨੇ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਗੁਰਮਤਿ ਸੰਗੀਤ ਜਿਹੜਾ ਹੈ ਉਹਦੇ ਵਿੱਚ ਸ਼ਬਦ ਨੂੰ ਰਾਗ ਦੇ ਵਿੱਚ ਗਾਣਾ ਉਹ ਗੁਰਮਤਿ ਸੰਗੀਤ ਹੋਇਆ। ਬਟ ਜਦੋਂ ਅਸੀਂ ਕੀਰਤਨ ਕਰਦੇ ਹਾਂ ਤੇ ਇਸ ਤਰ੍ਹਾਂ ਪਰਫਾਰਮ ਕਰੀਏ, ਇਸ ਤਰ੍ਹਾਂ ਕੀਰਤਨ ਕਰੀਏ ਕਿ ਖੁਦ ਨੂੰ ਆਨੰਦ ਆਏ। ਜੇ ਖੁਦ ਨੂੰ ਆਨੰਦ ਆਏਗਾ ਤੇ ਸੰਗਤ ਨੂੰ ਆਨੰਦ ਆਏਗਾ। ਤੇ ਇਸ ਲਈ ਜਦੋਂ ਸ਼ਬਦ ਪੜ੍ਹਨਾ ਹੈ, ਜੇ ਅਸੀਂ ਰਾਗ ਵਿੱਚ ਵੀ ਸ਼ਬਦ ਪੜ੍ਹ ਰਹੇ ਹਾਂ ਤਾਂ ਜਿਹੜਾ ਕੀਰਤਨ ਅਸੀਂ ਕਰ ਰਹੇ ਹਾਂ ਉਹ ਸ਼ਬਦ ਪ੍ਰਧਾਨ ਹੋਵੇ, ਨਾ ਕਿ ਰਾਗ ਪ੍ਰਧਾਨ ਹੋਵੇ। ਜਿਹੜਾ ਸ਼ਬਦ ਦਾ ਭਾਵ ਹੈ ਉਹ ਜਿਹੜਾ ਉਹ ਸਪਸ਼ਟ ਹੋਣਾ ਜ਼ਰੂਰੀ ਹੈ, ਤਾਂ ਹੀ ਖੁਦ ਨੂੰ ਆਨੰਦ ਆਏਗਾ ਤੇ ਸੰਗਤ ਨੂੰ ਆਨੰਦ ਆਏਗਾ। ਪਰ ਇੱਥੇ ਮੈਂ ਇੱਕ ਗੱਲ ਆਪ ਜੀ ਤੋਂ ਪੁੱਛਣਾ ਚਾਹੂੰਗੀ ਕਿ ਜਦ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਰਾਗ ਨੂੰ ਸੈਕੰਡਰੀ ਕਹਿ ਤਾਂ ਰਹੇ ਹਾਂ, ਪਰ ਅੱਜ ਉਹ ਸੈਕੰਡਰੀ ਹੁੰਦਾ ਕਿਤੇ ਖਤਮ ਹੋਣ ਦੀ ਕਗਾਰ ਤੇ ਹੈ। ਅੱਜ ਫਿਲਮੀ ਟਿਊਨਾਂ ਨੇ ਤੇ ਹੋਰ ਕਈ ਤਰ੍ਹਾਂ ਦੇ ਲਾਈਟ ਮਿਊਜ਼ਿਕ ਜੋ ਅਸੀਂ ਹੋਰ ਮਿਊਜ਼ਿਕ ਸੁਣਦੇ ਹਾਂ, ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਨੂੰ ਕੋਈ ਗਜ਼ਲ ਚੰਗੀ ਲੱਗਦੀ ਹੈ ਤੇ ਉਹ ਗਜ਼ਲ ਹੀ ਸੁਣੋ, ਉਸ ਦਾ ਪੂਰਾ ਭਰਪੂਰ ਆਨੰਦ ਲਓ। ਜੇ ਤੁਹਾਨੂੰ ਕੁਝ ਫੋਕ ਚੰਗਾ ਲੱਗਾ ਹੈ, ਤੁਸੀਂ ਇਨ ਰੀਅਲ ਵੇ ਕਿ ਜੋ ਅਸਲੀਅਤ ਹੈ ਉਹਨੂੰ ਉੱਥੇ ਹੀ ਰਹਿਣ ਦਿਓ ਤੇ ਉਹਦਾ ਲੁਤਫ ਲਓ। ਪਰ ਅੱਜ ਅਸੀਂ ਸ਼ਬਦਾਂ ਨੂੰ ਉਹਨਾਂ ਟਿਊਨਾਂ ਤੇ ਗਾਉਣ ਲੱਗ ਪਏ ਹਾਂ। ਅਸੀਂ ਰਾਗ ਤੋਂ ਇੰਨੇ ਵਾਂਝੇ ਹੋ ਗਏ ਹਾਂ, ਦੂਰ ਹੋ ਗਏ ਹਾਂ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਦੇ ਵਿੱਚ ਜਿਹੜੀ ਬਾਣੀ ਹੈ ਉਹਨੂੰ ਉਹਨਾਂ ਰਾਗਾਂ ਵਿੱਚ ਗਾਉਣ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਤੰਤੀ ਸਾਜ਼ਾਂ ਦੇ ਨਾਲ। ਤੇ ਦਰਬਾਰ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਹੜਾ ਗਾਇਨ ਹੈ ਉਹ ਤੰਤੀ ਸਾਜ਼ਾਂ ਦੇ ਨਾਲ ਰਾਗਾਂ ਵਿੱਚ ਹੀ ਹੋ ਰਿਹਾ ਹੈ। ਇਸ ਤੋਂ ਇਲਾਵਾ ਜਿਹੜੀਆਂ ਐਫਰਟਸ ਫਤਿਹ ਚੈਨਲ ਵੱਲੋਂ ਹੋ ਰਹੀਆਂ ਨੇ, ਰਾਗਨਾਥ ਸਬਦ ਸੋਹਣੇ ਪ੍ਰੋਗਰਾਮ ਜਿਹੜਾ ਉਹਨਾਂ ਕੋਲੋਂ ਦਿਖਾ ਰਹੇ ਨੇ, ਉਹਦੇ ਵਿੱਚ ਜਿਹੜਾ ਹੈ ਬਾਣੀ ਜਿਹੜੀ ਹੈ ਰਾਗਾਂ 'ਤੇ ਆਧਾਰਿਤ ਹੈ। ਸਮੇਲਨ ਅਦੁੱਤੀ ਗੁਰਮਤਿ ਸੰਗੀਤ ਸਮੇਲਨ ਹੁੰਦਾ ਜਿਹੜਾ ਸਾਰਾ 3 ਦਿਨ ਦਾ ਪ੍ਰੋਗਰਾਮ ਹੀ ਰਾਗਾਂ 'ਤੇ ਹੁੰਦਾ ਹੈ। ਇਸ ਤੋਂ ਇਲਾਵਾ ਜਗ੍ਹਾ ਜਗ੍ਹਾ 'ਤੇ ਰਾਗ ਦਰਬਾਰ ਕਰਾਏ ਜਾ ਰਹੇ ਨੇ ਜਿਹੜੇ ਕਿ ਲੋਕਾਂ ਨੂੰ ਅਵੇਅਰ ਕਰਾ ਰਹੇ ਨੇ, ਕਿ ਸੰਗਤ ਨੂੰ ਅਵੇਅਰ ਕਰਾ ਰਹੇ ਨੇ ਕਿ ਜਿਹੜਾ ਹੈ ਬਾਣੀ ਜਿਹੜੀ ਹੈ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬਾਨ ਨੇ ਕਹੀ ਹੈ ਉਸੇ ਤਰ੍ਹਾਂ ਹੀ ਪੜ੍ਹੀ ਜਾਏ ਤਾਂ ਉਹਦੇ ਵਿੱਚ ਆਨੰਦ ਲੈਣ ਦੀ ਕੋਸ਼ਿਸ਼ ਕਰੀਏ। ਬਹੁਤਾਤ ਵਿੱਚ ਲੋਕਾਂ ਨੂੰ ਰਾਗ ਦੀ ਸਮਝ ਨਹੀਂ ਹੈ, ਸੋਚ ਨਹੀਂ ਹੈ। ਬਾਕੀ ਗੱਲਾਂ ਤੇ ਬਾਅਦ ਦੀਆਂ ਨੇ ਕਿਉਂਕਿ ਸਮਾਂ ਸੀਮਿਤ ਰਹਿ ਗਿਆ। ਮੈਂ ਜਾਂਦੇ ਜਾਂਦੇ ਆਪ ਜੀ ਤੋਂ ਪੁੱਛਣਾ ਚਾਹੂੰਗੀ, ਆਪ ਦੀ ਆਪਣੇ ਨਜ਼ਰੀਏ ਨਾਲ ਇਨ ਯੂਰ ਓਨ ਵਰਡਸ ਤੁਸੀਂ ਰਾਗ ਨੂੰ ਕਿਵੇਂ ਡਿਫਾਈਨ ਕਰਦੇ ਹੋ? ਵਾਟ ਇਜ਼ ਦ ਡੈਫੀਨੇਸ਼ਨ ਆਫ ਰਾਗ? ਰਾਗ ਕੀ ਹੈ? ਕਿਉਂ ਅਸੀਂ ਅੱਜ ਇਸ ਤੋਂ ਇੰਨਾ ਡਰਦੇ ਹਾਂ ਜਾਂ ਇਹਨੂੰ ਸਿੱਖਣ ਲਈ ਇਹ ਤੋਂ ਦੂਰ ਜਾਂਦੇ ਹਾਂ? ਰਾਗ ਕੀ ਹੈ? ਰਾਗ ਨੂੰ ਸਿੱਖਣ ਲਈ ਦੂਰ ਇਸ ਕਰਕੇ ਜਾਂਦੇ ਨੇ ਕਿਉਂਕਿ ਰਾਗ ਦੇ ਵਿੱਚ ਰਾਗ ਦੇ ਨਿਯਮ ਨੇ। ਉਹਨਾਂ ਨਿਯਮਾਂ ਨੂੰ ਫੋਲੋ ਕਰਕੇ ਹੀ ਜੋ ਗਾਣਾ ਹੈ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਗਾਣਾ ਹੈ। ਜਦੋਂ ਅਸੀਂ ਲਾਈਟ ਰੀਤ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਮਨ ਨੂੰ ਚੰਗੀ ਲੱਗੇ ਉਸ ਹਿਸਾਬ ਨਾਲ ਅਸੀਂ ਗਾਇਨ ਕਰ ਲੈਂਦੇ ਹਾਂ। ਪਰ ਜਦੋਂ ਅਸੀਂ ਰਾਗ ਗਾਣ ਲੱਗਦੇ ਹਾਂ ਤਾਂ ਉਹਦੇ ਵਿੱਚ ਵਾਦੀ ਸੰਵਾਦੀ ਸਾਰਾ ਕੁਝ ਧਿਆਨ ਰੱਖ ਕੇ ਹੀ ਗਾਇਨ ਕਰਨਾ ਹੁੰਦਾ ਹੈ ਤੇ ਗਲਤੀ ਨਾਲ ਜਿਹੜਾ ਵਿਵਾਦੀ ਸਵਰ ਹੈ ਉਹ ਨਾ ਲੱਗ ਜਾਏ ਰਾਗ ਵਿੱਚ। ਤਾਂ ਇਸ ਕਰਕੇ ਜਿਹੜੇ ਸਿੱਖਣ ਵਾਲੇ ਨੇ ਉਹ ਡਰਦੇ ਨੇ ਇਸ ਚੀਜ਼ ਤੋਂ ਕਿ ਅਸੀਂ ਗਲਤ ਨਾ ਗਾ ਦਈਏ, ਇਸ ਕਰਕੇ ਉਹ ਰਾਗ ਤੋਂ ਡਰਦੇ ਨੇ। ਬਟ ਜੇ ਅੱਛਾ ਟੀਚਰ ਮਿਲ ਜਾਏ ਤੇ ਫਿਰ ਤਾਂ ਗੱਲ ਹੀ ਕੋਈ ਨਹੀਂ, ਕਿਉਂਕਿ ਜਦੋਂ ਇੱਕ ਅੱਛਾ ਜਿਹੜਾ ਗਿਆਨ ਦੇਣ ਵਾਲਾ ਹੈ ਉਹ ਰਾਗ ਨੂੰ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਪੇਸ਼ ਕਰਦਾ ਹੈ ਤੇ ਹੌਲੀ ਹੌਲੀ ਸੌਖੀਆਂ ਬੰਦਿਸ਼ਾਂ ਸ਼ੁਰੂ ਕਰਵਾ ਕੇ ਫਿਰ ਜਦੋਂ ਲੈਵਲ ਜਿਹੜਾ ਹੈ ਸਿੱਖਣ ਵਾਲੇ ਦਾ ਉੱਥੋਂ ਤੱਕ ਪਹੁੰਚ ਜਾਏ ਫਿਰ ਉਹਨੂੰ ਔਖਾ ਕੰਮ ਸਿਖਾਇਆ ਜਾਏ ਤਾਂ ਮੇਰਾ ਖਿਆਲ ਹੈ ਰਾਗ ਤੋਂ ਜਿਹੜਾ ਡਰ ਹੈ ਉਹ ਖਤਮ ਹੋ ਜਾਏਗਾ। ਤੇ ਹੁਣ ਕਿਉਂਕਿ ਸਮਾਂ ਸੀਮਤ ਹੈ, ਸਵਾਲ ਤੇ ਬਹੁਤ ਹੁੰਦੇ ਨੇ ਪੁੱਛਣ ਵਾਲੇ, ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਇਹ ਪੂਰੀ ਦੀ ਪੂਰੀ ਸ਼ਖਸੀਅਤ ਦੀ ਘਾੜਤ ਕਿਵੇਂ ਘੜੀ ਗਈ ਹੈ ਤੇ ਅੱਜ ਕੀ ਕਰ ਰਹੇ ਨੇ। ਜਾਣ ਤੋਂ ਪਹਿਲਾਂ ਮੈਂ ਆਪ ਜੀ ਤੋਂ ਇਹ ਜਾਣਨਾ ਚਾਹੂੰਗੀ, ਤੁਹਾਡੇ ਆਪਣੇ ਆਈਡੀਅਲ ਕੌਣ ਨੇ? ਤੁਸੀਂ ਉਹਨਾਂ ਤੋਂ ਕੀ ਸਿੱਖਿਆ ਤੇ ਉਹਨੂੰ ਆਪਣੇ ਤੇ ਕਿਵੇਂ ਲਾਗੂ ਕੀਤਾ? ਤੁਹਾਡੀ ਪਰਸਨੈਲਿਟੀ 'ਚ ਉਹਨਾਂ ਦਾ ਕਿੰਨਾ ਕੁ ਅਸਰ ਹੈ? ਤੇ ਜਾਂਦੇ ਜਾਂਦੇ ਇੱਕ ਖੂਬਸੂਰਤ ਜਿਹਾ ਮੈਸੇਜ ਸਾਡੇ ਸੁਣਨ ਤੇ ਵੇਖਣ ਵਾਲੇ ਸਰੋਤਿਆਂ ਲਈ। ਜੀ, ਪ੍ਰਿੰਸੀਪਲ ਸੁਖਵੰਤ ਸਿੰਘ ਜੀ ਮੇਰੇ ਆਈਡਲ ਨੇ
ਕਿਉਂਕਿ ਉਹਨਾਂ ਦਾ ਜੀਵਨ ਬੜਾ ਸਾਦਾ ਹੈ, ਬੜੇ ਨਿਮਰਤਾ ਵਾਲੇ ਸੁਭਾਅ ਦੇ ਨੇ, ਅਥਾਹ ਭੰਡਾਰ ਹੈ ਉਹਨਾਂ ਕੋਲੋਂ, ਤੇ ਗੁਰਮਤ ਦੀ ਸੇਵਾ ਕਰ ਰਹੇ ਨੇ, ਪ੍ਰਸਾਰ ਕਰ ਰਹੇ ਨੇ ਗੁਰਮਤ ਸੰਗੀਤ ਦੇ ਥਰੂ। ਦਿਨ ਰਾਤ ਉਹਨਾਂ ਨੇ ਲਗਾਇਆ ਹੋਇਆ ਹੈ ਤੇ ਮੇਰੀ ਵੀ ਇਹ ਐਫਰਟ ਹੈ ਕਿ ਮੇਰਾ ਵੀ ਇਹੀ ਵਿਸ਼ ਹੋਏਗੀ ਕਿ ਮੈਂ ਵੀ ਇਸੇ ਤਰ੍ਹਾਂ ਜਿਹੜੀ ਆਪਣੀ ਜ਼ਿੰਦਗੀ ਵਿੱਚ ਜਿਹੜਾ ਗੁਰਮਤ ਦਾ ਪ੍ਰਸਾਰ ਗੁਰਮਤ ਸੰਗੀਤ ਦੇ ਥਰੂ ਕਰਦੀ ਰਹਾਂ। ਤੇ ਉਹਨਾਂ ਨੇ 10 ਤੋਂ ਜ਼ਿਆਦਾ ਪੁਸਤਕਾਂ ਲਿਖੀਆਂ ਨੇ। ਜਿਹੜੀ ਲੇਟੈਸਟ ਹੁਣ ਪੁਸਤਕ ਰਿਲੀਜ਼ ਹੋਈ ਸੀ ਉਹਨਾਂ ਦੀ ਸੰਮੇਲਨ ਤੇ ਗੁਰ ਸ਼ਬਦ ਸੰਗੀਤ, ਜਿਹਦੇ ਵਿੱਚ 200 ਤੋਂ ਵੱਧ ਬੰਦਿਸ਼ਾਂ ਨੇ 31 ਨਿਰਧਾਰਿਤ ਰਾਗਾਂ ਦੇ ਵਿੱਚ। ਤੇ ਬਾਬਾ ਜੀ ਨੇ ਮੇਰੇ ਤੋਂ ਸੇਵਾ ਲਈ ਤੇ ਸਾਰੀਆਂ ਬੰਦਿਸ਼ਾਂ ਦਾ ਜਿਹੜਾ ਕੰਮ ਸੀ ਉਹਨਾਂ ਨੂੰ ਲਿਪੀਬੱਧ ਕਰਨ ਦਾ ਕੰਮ ਤੇ ਉਹਦੀ ਜਿਹੜੀ ਸੁਧਾਈ ਦਾ ਕੰਮ ਸੀ ਉਹ ਮੇਰੇ ਕੋਲ ਲਿਆ। ਤੇ ਮੈਂ ਅਰਦਾਸ ਕਰਦੀ ਹਾਂ ਕਿ ਮੇਰੇ ਕੋਲੋਂ ਇਸ ਤਰ੍ਹਾਂ ਦੀ ਜਿਹੜੀਆਂ ਸੇਵਾਵਾਂ ਨੇ ਉਹ ਅਕਾਲ ਪੁਰਖ ਜੀ ਲੈਂਦੇ ਰਹਿਣ। ਤੇ ਮੈਂ ਮੈਸੇਜ ਦਿਆਂਗੀ ਆਪਣੀਆਂ ਸਿੱਖ ਭੈਣਾਂ ਨੂੰ ਕਿ ਜੋ ਅੱਜ ਦਾ ਟਾਈਮ ਚੱਲ ਰਿਹਾ ਹੈ, ਅਸੀਂ ਡਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਆਪਣੇ ਧਰਮ ਤੋਂ ਗੁੰਮਰਾਹ ਨਾ ਹੋ ਜਾਣ। ਤਾਂ ਡਰਦੇ ਤਾਂ ਹਾਂ ਅਸੀਂ, ਬਟ ਸਾਨੂੰ ਉਹਦੇ ਲਈ ਐਫਰਟਸ ਕਰਨੀਆਂ ਪੈਣਗੀਆਂ। ਜਿਵੇਂ ਇੱਕ ਬਿਲਡਿੰਗ ਹੈ, ਉਹਨੂੰ ਅਸੀਂ ਸਟਰੋਂਗ ਅਸੀਂ ਦੇਖਣਾ ਚਾਹੁੰਦੇ ਹਾਂ ਤਾਂ ਉਹਦੀ ਪਹਿਲਾਂ ਬੇਸ ਸਟਰੋਂਗ ਕਰਦੇ ਹਾਂ। ਉਸੇ ਤਰ੍ਹਾਂ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੇ ਦ੍ਰਿੜ ਦੇਖਣਾ ਚਾਹੁੰਦੇ ਹਾਂ ਤੇ ਉਹਨਾਂ ਨੂੰ ਬਚਪਨ ਤੋਂ ਹੀ ਉਸ ਲਾਈਨ ਤੇ ਤੋਰਨਾ ਪਏਗਾ। ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਹੀ ਇੱਕ ਮਦਰ ਜਿਹੜੀ ਹੈ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜ ਸਕਦੀ ਹੈ। ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾਓ, ਹੁਕਮਨਾਮਾ ਪੜ੍ਹਾਉਣ ਵਿੱਚ ਉਹਨਾਂ ਦੀ ਮਦਦ ਕਰੋ, ਉਹਨਾਂ ਨੂੰ ਉਹਨਾਂ ਦੇ ਅਰਥ ਸਮਝਾਉਣ ਦੀ ਮਦਦ ਕਰੋ, ਰਹਿਰਾਸ ਸਾਹਿਬ ਦਾ ਪਾਠ ਸ਼ਾਮੀ ਕਰਾਓ, ਸਵੇਰੇ ਜਪਜੀ ਸਾਹਿਬ ਦਾ ਪਾਠ ਕਰਾਓ, ਰਾਤ ਨੂੰ ਸੌਣ ਲੱਗਿਆਂ ਕੀਰਤਨ ਸਵੇਲੇ ਦਾ ਪਾਠ ਕਰਨ ਵਿੱਚ ਉਹਨਾਂ ਦੀ ਮਦਦ ਕਰੋ। ਐਸੀ ਉਹਨਾਂ ਦੀ ਰੂਟੀਨ, ਉਹ ਇੰਨੇ ਯੂਜ਼ ਟੂ ਹੋ ਜਾਣਗੇ ਉਸ ਪਾਠ ਕਰਨ ਦੇ, ਆਪਣੇ ਸਿਸਟਮ ਵਿੱਚ ਉਸੇ ਤਰ੍ਹਾਂ ਚੱਲਣ ਦੇ ਕਿ ਆਉਣ ਵਾਲੇ ਟਾਈਮ 'ਚ ਜਦੋਂ ਵੱਡੇ ਹੋਣਗੇ ਤਾਂ ਮੇਰਾ ਖਿਆਲ ਹੈ ਕਿ ਉਹ ਸੋਚਣਗੇ ਵੀ ਨਹੀਂ ਕਿ ਅਸੀਂ ਕੋਈ ਗਲਤ ਕਦਮ ਚੁੱਕਣਾ ਹੈ। ਤੇ ਇਹੀ ਮੇਰਾ ਮੈਸੇਜ ਹੈ ਸਾਰੀਆਂ ਭੈਣਾਂ ਨੂੰ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ, ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਉਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਮੱਤ ਦੇ ਰੱਖਣ। ਇਹੀ ਮੇਰਾ ਮੈਸੇਜ ਹੈ। बहुत खूबसूरत ख्याल, विचार और जो ये अंतला मैसेज इन्हें आप तक पहुँचाया। ये ख्याल ते विचार महाराज करे हर बीबी भैन ਸਿੰਘਣੀ ਦੇ ਹੋ ਜਾਣ ਤੇ ਸਾਡੇ ਘਰਾਂ ਵਿੱਚ ਮੁੜ ਖੁਸ਼ਹਾਲੀ ਹੋਵੇ। ਸਾਨੂੰ ਇਹ ਫਿਕਰ ਨਹੀਂ ਹੋਵੇਗੀ ਕਿ ਸਾਡੇ ਬੱਚੇ ਬਾਹਰ ਗਏ ਨੇ ਤੇ ਕੋਈ ਬਾਹਰਲਾ ਆ ਕੇ ਸਾਡੇ ਇਹਨਾਂ ਤਿਆਰ ਕੀਤੇ ਬੱਚਿਆਂ ਦੀਆਂ ਨੀਹਾਂ ਹਿਲਾ ਸਕੇ। ਕਦੀ ਐਸਾ ਨਹੀਂ ਹੋਏਗਾ ਤੇ ਨਾ ਹੀ ਕੋਈ ਖੌਫ ਰਹੇਗਾ। ਗੱਲ ਹੈ ਕਿ ਸਮਾਂ ਦਈਏ ਔਰ ਇਹਨਾਂ ਦੀਆਂ ਨੀਹਾਂ ਨੂੰ ਮਜ਼ਬੂਤ ਕਰੀਏ, ਇਹਨਾਂ ਨੂੰ ਗੁਰਮਤ ਦੇ ਰਾਹ 'ਤੇ ਤੋਰੀਏ। ਅੱਜ ਇਹਨਾਂ ਨੂੰ ਤੋਰਾਂਗੇ, ਕੱਲ੍ਹ ਇਹ ਕਈ ਹੋਰਾਂ ਨੂੰ ਆਪਣੇ ਨਾਲ ਲੈ ਕੇ ਤੁਰਨਗੇ। ਤੇ ਹੁਣ ਆਪ ਜੀ ਤੋਂ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ ਹੈ। ਬੀਬੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਗਲਤੀਆਂ ਦੀ ਖਿਮਾ ਲੈਂਦੇ ਹੋਏ ਇਜਾਜ਼ਤ ਦਿਓ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।